ਸੋ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਜੋ ਕਿ ਬੇਸਿਕਸ ਆਫ ਕੰਪਿਊਟਰ ਦੇ ਉੱਪਰ ਅਪਲੋਡ ਕੀਤੀ ਗਈ ਸੀ ਉਸ ਵਿੱਚ ਦੱਸੀ ਸੀ ਕਿ PSSSB ਦਾ ਇੱਕ ਪਾਰਟਿਕੂਲਰ ਪੈਟਰਨ ਹੈ ਹਰ ਟੌਪਿਕ 'ਚੋਂ ਕੁਐਸਚਨਸ ਪੁੱਛਣ ਦਾ। ਸੋ ਉਸੇ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਨੈਟਵਰਕਿੰਗ ਦੇ ਉੱਪਰ ਕਿਸ ਤਰੀਕੇ ਦੇ ਐਮਸੀਕਿਊਜ਼ ਤੁਹਾਨੂੰ ਆਉਣ ਵਾਲੇ PSSSB ਦੇ ਐਗਜ਼ਾਮਸ 'ਚ ਪੁੱਛੇ ਜਾ ਸਕਦੇ ਆ। ਸੋ ਜਿਹੜੇ ਵੀ ਸਟੂਡੈਂਟਸ ਚੈਨਲ ਉੱਪਰ ਨਿਊ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਅੱਛੀਆਂ ਲੱਗਦੀਆਂ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਓਕੇ, ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਟੂ ਔਰ ਮੋਰ ਡਿਵਾਈਸਿਸ ਜੋ ਕਿ ਇੱਕ ਸਿੰਗਲ ਲਿੰਕ ਨੂੰ ਸ਼ੇਅਰ ਕਰਨ ਇਨ ਡੈਸ਼ ਕਨੈਕਸ਼ਨ। ਮਤਲਬ ਕਿਹੜੇ ਕਨੈਕਸ਼ਨ ਐਸਾ ਹੁੰਦਾ ਜਿਸ 'ਚ ਦੋ ਜਾਂ ਦੋ ਤੋਂ ਵੱਧ ਡਿਵਾਈਸ ਇੱਕ ਸਿੰਗਲ ਲਿੰਕ ਨੂੰ ਸ਼ੇਅਰ ਕਰਦੇ ਹਨ। ਸੋ ਇਹਦਾ ਆਨਸਰ ਕੀ ਹੋਊਗਾ? ਮਲਟੀ ਪੁਆਇੰਟ। ਠੀਕ ਹੈ ਜੀ, ਕਿਉਂਕਿ ਮਲਟੀ ਪੁਆਇੰਟ ਕਨੈਕਸ਼ਨ ਇੱਕ ਐਸਾ ਕਨੈਕਸ਼ਨ ਹੁੰਦਾ ਜਿਸ 'ਚ ਦੋ ਜਾਂ ਦੋ ਤੋਂ ਵੱਧ ਡਿਵਾਈਸ ਹੈ ਜਿਹੜੇ ਉਹ ਸਿੰਗਲ ਲਿੰਕ ਨੂੰ ਸ਼ੇਅਰ ਕਰਦੇ ਆ। ਜਿਵੇਂ ਬਸ ਟੋਪੋਲੋਜੀ ਦੀ ਗੱਲ ਕਰੀਏ, ਬਸ ਟੋਪੋਲੋਜੀ ਨਾ ਕੁਝ ਇਸ ਤਰੀਕੇ ਦੀ ਹੁੰਦੀ ਹੈ ਜਿਵੇਂ ਐਵੇਂ ਇੱਕ ਸਿੰਗਲ ਕੇਬਲ ਦੇ ਨਾਲ ਕਹਿ ਲਓ, ਠੀਕ ਹੈ, ਅਲੱਗ-ਅਲੱਗ ਜਿਹੜੇ ਡਿਵਾਈਸਿਸ ਆ ਕਨੈਕਟ ਹੁੰਦੇ ਆ। ਮਤਲਬ ਕੀ ਹੈ ਕਿ ਅਲੱਗ-ਅਲੱਗ ਡਿਵਾਈਸਿਸ ਜਿਹੜੇ ਇੱਕ ਸਿੰਗਲ ਕਨੈਕਸ਼ਨ ਨਾਲ ਜੁੜੇ ਹੋਏ ਆ। ਸੋ ਇਹ ਕੀ ਹੋ ਗਿਆ? ਮਲਟੀ ਪੁਆਇੰਟ। ਪੁਆਇੰਟ ਟੂ ਪੁਆਇੰਟ ਕਨੈਕਸ਼ਨ ਕੀ ਹੋ ਗਿਆ? ਜਿਵੇਂ ਦੋ ਡਿਵਾਈਸਿਸ ਦੇ ਵਿੱਚ ਆਪਸ 'ਚ ਜਿਹੜਾ ਸਿੰਗਲ ਕਨੈਕਸ਼ਨ ਹੋਵੇ ਉਹ ਪੁਆਇੰਟ ਟੂ ਪੁਆਇੰਟ। ਠੀਕ ਹੈ, ਮੈਸ਼, ਸਟਾਰ, ਰਿੰਗ ਟੋਪੋਲੋਜੀਜ਼ ਹੈ ਜਿਹੜੀ ਉਹ ਪੁਆਇੰਟ ਟੂ ਪੁਆਇੰਟ ਕਨੈਕਸ਼ਨ ਹੈ। ਫੋਰ ਐਗਜ਼ਾਮਪਲ ਅਗਰ ਆਪਾਂ ਰਿੰਗ ਟੋਪੋਲੋਜੀ ਦੀ ਗੱਲ ਕਰੀਏ, ਇਹ ਹੋ ਗਈ ਰਿੰਗ ਟੋਪੋਲੋਜੀ। ਇਹਦੇ ਵਿੱਚ ਕੀ ਹੈ ਦੇਖੋ, ਅਗਰ ਮੈਂ ਇੱਥੇ ਨਾਮ ਦੇ ਦਾਂ ABCD, ਠੀਕ ਹੈ, ਜਿਹੜੇ A B ਹੈ ਉਹ ਦੋਨੋਂ ਇੱਕ ਕਨੈਕਸ਼ਨ ਨਾਲ ਜੁੜੇ ਹੋਏ, BC ਇਹ ਵਾਲੇ ਕਨੈਕਸ਼ਨ ਨਾਲ ਜੁੜੇ ਹੋਏ। ਮਤਲਬ ਕੀ ਹੈ ਕਿ ਦੋ ਡਿਵਾਈਸਿਸ ਹਨ ਜਿਹੜੇ ਉਹ ਇੱਕ ਕਨੈਕਸ਼ਨ ਨਾਲ ਜੁੜੇ ਹੋਏ ਆ ਆਪਸ 'ਚ। ਠੀਕ ਹੈ ਜੀ। ਸੋ ਨੈਕਸਟ ਦੇਖੋ, ਕਿਹੜੀ ਟਾਈਪ ਦੀ ਨੈਟਵਰਕ ਹੈ ਜਿਹੜੀ ਕਿ ਯੂਜ਼ ਕੀਤੀ ਜਾਂਦੀ ਹੈ ਕਵਰ ਕਰਨ ਦੇ ਲਈ ਸਮਾਲ ਜੀਓਗ੍ਰਾਫੀਕਲ ਏਰੀਆ ਨੂੰ। ਠੀਕ ਹੈ, ਹੁਣ ਸਮਾਲ ਜੀਓਗ੍ਰਾਫੀਕਲ ਏਰੀਆ ਨੂੰ ਕਵਰ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ LAN ਦਾ, ਦੈਟ ਇਜ਼ ਲੋਕਲ ਏਰੀਆ ਨੈਟਵਰਕ। ਠੀਕ ਹੈ, ਹੁਣ ਜਿਵੇਂ ਅਗਰ ਆਪਾਂ ਨੇ ਸਮਾਲ ਏਰੀਆ ਨੂੰ ਕਵਰ ਕਰਨਾ ਹੈ ਤਾਂ ਆਪਾਂ ਲੋਕਲ ਏਰੀਆ ਨੈਟਵਰਕ ਯੂਜ਼ ਕਰਾਂਗੇ। ਹੁਣ ਦੇਖੋ ਬੇਸਿਕਲੀ ਨਾ ਆਪਣੇ ਕੋਲ ਕੀ ਹੁੰਦੇ ਆ, ਚਾਰ ਤਰੀਕੇ ਦੇ ਨੈਟਵਰਕ ਹੈ। ਇਹਦੇ ਵਿੱਚ ਇੱਕ PAN ਵੀ ਹੁੰਦਾ ਹੈ, ਪੈਨ, ਮੈਨ, ਵੈਨ ਤੇ ਲੈਨ। ਹੁਣ ਦੇਖੋ ਪੈਨ ਦਾ ਮਤਲਬ ਕੀ ਹੈ? ਹੁਣ ਜਿਵੇਂ ਸਪੋਜ਼ ਤੁਸੀਂ ਘਰ 'ਚ ਬੈਠੇ ਹੋ, ਤੁਹਾਡੇ ਕੋਲ PC ਹੈ, ਤੁਸੀਂ ਉਹ PC ਦੇ ਨਾਲ ਆਪਣਾ ਫੋਨ ਅਟੈਚ ਕਰ ਲਿਆ ਸਪੋਜ਼, ਠੀਕ ਹੈ, ਆਪਣਾ ਟੈਬਲੇਟ ਅਟੈਚ ਕਰ ਲਿਆ, ਉਸ ਤੋਂ ਇਲਾਵਾ ਆਪਣਾ ਲੈਪਟਾਪ ਅਟੈਚ ਕਰ ਲਿਆ। ਠੀਕ ਹੈ, ਸੋ ਜਿਹੜਾ ਇਹ ਨੈਟਵਰਕ ਹੋ ਗਿਆ ਕਿ ਘਰ ਦੇ ਵਿੱਚ ਤੁਸੀਂ ਅਲੱਗ-ਅਲੱਗ ਡਿਵਾਈਸਿਸ ਨੂੰ ਕਨੈਕਟ ਕਰ ਰਹੇ ਹੋ, ਉਹ ਕਿਹੜਾ ਹੋ ਗਿਆ? ਪੈਨ, ਦੈਟ ਇਜ਼ ਪਰਸਨਲ ਏਰੀਆ ਨੈਟਵਰਕ। ਇਹ ਕੰਪਿਊਟਰ ਨੈਟਵਰਕ ਹੈ ਜਿਹੜਾ ਇਨੇਬਲ ਕਰਦਾ ਕਮਿਊਨੀਕੇਸ਼ਨ ਅਲੱਗ-ਅਲੱਗ ਕੰਪਿਊਟਰ ਡਿਵਾਈਸਿਸ ਦੇ ਵਿੱਚ ਜੋ ਕਿ ਇੱਕ ਪਰਸਨ ਦੇ ਆਲੇ ਦੁਆਲੇ ਪਈਆਂ ਨੇ। ਠੀਕ ਹੈ, ਇਹ ਵਾਇਰਡ ਵੀ ਹੋ ਸਕਦਾ ਜਿਵੇਂ USB ਦਾ ਅਗਰ ਆਪਾਂ ਯੂਜ਼ ਕਰੀਏ, ਤੇ ਵਾਇਰਲੈਸ ਵੀ ਹੋ ਸਕਦਾ ਹੈ। ਇਹਦੇ ਵਿੱਚ ਜਿਵੇਂ ਆਪਾਂ ਇੰਟਰਨੈਟ ਦਾ ਯੂਜ਼ ਕਰ ਰਹੇ ਹਾਂ, ਵਾਈਫਾਈ ਦਾ ਯੂਜ਼ ਕਰ ਰਹੇ ਹਾਂ, ਮਤਲਬ ਬਲੂਟੂਥ ਦਾ ਯੂਜ਼ ਕਰ ਰਹੇ ਹਾਂ, ਠੀਕ ਹੈ, ਵਾਇਰਲੈਸ ਹੋ ਗਿਆ। ਤੇ ਜਦੋਂ ਆਪਾਂ USB ਵਗੈਰਾ ਦਾ ਯੂਜ਼ ਕਰਦੇ ਹਾਂ ਵਾਇਰਡ ਹੋ ਗਿਆ। ਇਹਦੀ ਰੇਂਜ ਫਿਊ ਮੀਟਰਸ ਤੱਕ ਦੀ ਹੁੰਦੀ ਹੈ। ਠੀਕ ਹੈ, ਹੁਣ ਆਪਾਂ ਘਰ ਤੋਂ ਬਾਹਰ ਚੱਲਦੇ ਹਾਂ। ਘਰ ਤੋਂ ਬਾਹਰ ਕੀ ਹੋ ਗਿਆ? ਇੱਕ ਸਿਟੀ ਹੋ ਗਈ, ਜਾਂ ਸੌਰੀ ਘਰ ਤੋਂ ਬਾਹਰ ਜਾਂਦੇ ਹਾਂ, ਘਰ ਤੋਂ ਬੜੀ ਚੀਜ਼ ਕੀ ਹੋ ਗਈ? ਜਿਵੇਂ ਆਫਿਸ ਹੋ ਗਿਆ ਸਪੋਜ਼। ਠੀਕ ਹੈ, ਹੁਣ ਜਿਹੜਾ ਆਫਿਸ ਹੈ, ਹੁਣ ਆਫਿਸ ਦੇ ਵਿੱਚ ਕੀ ਹੈ? ਅਲੱਗ-ਅਲੱਗ ਕੰਪਿਊਟਰਸ ਨੇ। ਹੁਣ ਜਿਹੜਾ ਉਹ ਅਲੱਗ-ਅਲੱਗ ਕੰਪਿਊਟਰਸ ਦੇ ਵਿੱਚ ਦਾ ਕਨੈਕਸ਼ਨ ਹੈ, ਮਤਲਬ ਇੱਕ ਸਮਾਲ ਏਰੀਆ ਹੈ, ਆਫਿਸ ਲਗਾ ਲਓ, ਕੋਈ ਸਕੂਲ ਲਗਾ ਲਓ, ਕੋਈ ਵੀ ਬਿਲਡਿੰਗ ਲਗਾ ਲਓ, ਠੀਕ ਹੈ, ਜਾਂ ਕੋਈ ਹਸਪੀਟਲ ਲਗਾ ਲਓ, ਉਹਦੇ ਵਿੱਚ ਜਿਹੜੇ ਅਲੱਗ-ਅਲੱਗ ਕੰਪਿਊਟਰ ਨੇ ਉਹਨਾਂ ਵਿੱਚ ਜਿਹੜਾ ਕਨੈਕਸ਼ਨ ਉਹਨੂੰ ਆਪਾਂ ਕੀ ਬੋਲਾਂਗੇ? LAN, ਦੈਟ ਇਜ਼ ਲੋਕਲ ਏਰੀਆ ਨੈਟਵਰਕ। ਓਕੇ, ਇਹ ਈਜ਼ੀ ਹੁੰਦਾ ਡਿਜ਼ਾਈਨ ਤੇ ਮੇਨਟੇਨ ਕਰਨ ਦੇ ਲਈ, ਸ਼ਾਰਟ ਡਿਸਟੈਂਸ ਇਹਦੇ ਵਿੱਚ ਕਵਰ ਕੀਤਾ ਜਾਂਦਾ। ਸੋ ਐਰਰ ਤੇ ਨੋਇਸ ਹੈ ਜਿਹੜੀ ਉਹ ਬਹੁਤ ਘੱਟ ਹੁੰਦੀਆਂ ਨੇ। ਠੀਕ ਹੈ, ਇਹਦੇ ਨਾਲ ਡਿਵਾਈਸਿਸ ਨੂੰ ਇਸ ਤਰੀਕੇ ਨਾਲ ਕਨੈਕਟ ਕੀਤਾ ਜਾਂਦਾ ਹੈ ਕਿ ਉਹਨਾਂ ਵਿੱਚ ਡਾਟਾ ਵਗੈਰਾ ਸ਼ੇਅਰ ਹੋ ਸਕੇ। ਓਕੇ, ਉਹ ਤੋਂ ਬਾਅਦ ਹੁਣ ਨੈਕਸਟ ਆਪਾਂ ਥੋੜਾ ਇਹ ਤੋਂ ਬੜੇ ਲੈਵਲ ਤੇ ਚੱਲਦੇ ਹਾਂ। ਉਹ ਹੋ ਗਿਆ ਆਪਣਾ ਮੈਨ, ਦੈਟ ਇਜ਼ ਮੈਟਰੋਪੋਲੀਟਨ ਏਰੀਆ ਨੈਟਵਰਕ। ਹੁਣ ਜਿਵੇਂ ਸਪੋਜ਼ ਪਹਿਲਾਂ ਆਪਾਂ ਘਰ ਦੇ ਵਿੱਚ ਬੈਠੇ ਸੀ, ਫਿਰ ਆਪਾਂ ਆਫਿਸ ਦੀ ਬਿਲਡਿੰਗ 'ਚ ਆ ਗਏ ਪੂਰੀ, ਫਿਰ ਹੁਣ ਆਪਾਂ ਇੱਕ ਸਿਟੀ ਦੀ ਗੱਲ ਕਰ ਦਿੰਦੇ ਹਾਂ। ਠੀਕ ਹੈ, ਉਹ ਸਿਟੀ ਦੇ ਵਿੱਚ ਅਲੱਗ-ਅਲੱਗ ਬਿਲਡਿੰਗਸ ਹੈ, ਉਹ ਬਿਲਡਿੰਗਸ ਦੇ ਵਿੱਚ ਅਗਰ ਆਪਾਂ ਨੇ ਕਨੈਕਸ਼ਨ ਕਰਨਾ ਹੈ ਤਾਂ ਆਪਾਂ ਕਿਹਦੀ ਹੈਲਪ ਨਾਲ ਕਰਾਂਗੇ? ਮੈਨ ਦੀ ਹੈਲਪ ਨਾਲ। ਸੋ ਮੈਨ ਕੀ ਹੈ? ਮੈਟਰੋਪੋਲੀਟਨ ਏਰੀਆ ਨੈਟਵਰਕ। ਇਹ ਲਾਰਜ ਏਰੀਆ ਕਵਰ ਕਰਦਾ ਹੈ, ਠੀਕ ਹੈ, ਕਨੈਕਟ ਕਰਦਾ ਦੋ ਜਾਂ ਦੋ ਤੋਂ ਵੱਧ ਕੰਪਿਊਟਰਸ ਜੋ ਕਿ ਦੂਰ ਨੇ ਇੱਕ ਦੂਜੇ ਤੋਂ, ਬਟ ਉਹ ਸੇਮ ਸਿਟੀ 'ਚ ਵੀ ਹੋ ਸਕਦੇ ਆ, ਅਲੱਗ ਸਿਟੀ 'ਚ ਵੀ ਹੋ ਸਕਦੇ ਆ। ਠੀਕ ਹੈ ਜੀ, ਸੋ ਇਹ ਹੋ ਗਿਆ ਮੈਨ। ਹੁਣ ਆਪਾਂ ਚੱਲਦੇ ਹਾਂ, ਪਹਿਲਾਂ ਆਪਾਂ ਸਿਟੀ ਲੈਵਲ ਦੀ ਗੱਲ ਕਰ ਰਹੇ ਸੀ, ਹੁਣ ਆਪਾਂ ਵਰਲਡ ਲੈਵਲ ਦੀ ਗੱਲ ਕਰਦੇ ਹਾਂ। ਠੀਕ ਹੈ, ਹੁਣ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਗਰ ਕਨੈਕਸ਼ਨ ਕਰਨਾ ਹੈ ਕੰਪਿਊਟਰ ਦਾ ਤਾਂ ਉਹਦੇ ਲਈ ਯੂਜ਼ ਹੋਊਗੀ WAN ਦੀ। ਠੀਕ ਹੈ, ਇਹ ਕੰਪਿਊਟਰ ਨੈਟਵਰਕ ਹੁੰਦਾ ਜਿਹੜਾ ਕਿ ਬਹੁਤ ਜ਼ਿਆਦਾ ਜੀਓਗ੍ਰਾਫੀਕਲ ਏਰੀਆ 'ਚ ਫੈਲਿਆ ਹੁੰਦਾ ਹੈ। ਓਕੇ, ਇਹਦੇ ਵਿੱਚ ਆਪਾਂ ਅਲੱਗ-ਅਲੱਗ ਸਟੇਟਸ ਦੇ ਵਿੱਚ ਜਾਂ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਕਨੈਕਸ਼ਨ ਕਰਨਾ, ਉਹ ਚੀਜ਼ ਨਾਲ ਇਹਦੇ ਨਾਲ ਪੋਸੀਬਲ ਹੈ। ਠੀਕ ਹੈ ਜੀ, ਸੋ ਆਈ ਥਿੰਕ ਹੁਣ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਕਿਹਦਾ ਕੀ ਮਤਲਬ ਹੈ। ਸੋ ਇਹਦਾ ਆਪਾਂ ਨੇ ਆਨਸਰ ਤਾਂ ਦੇਖ ਹੀ ਲਿਆ ਸੀਗਾ, ਸਮਾਲ ਜੀਓਗ੍ਰਾਫੀਕਲ ਏਰੀਆ ਲਈ ਕੀ ਯੂਜ਼ ਕਰਦੇ ਆਪਾਂ? LAN। ਨੈਕਸਟ ਦੇਖੋ, ਕੰਪਿਊਟਿੰਗ ਦੇ ਵਿੱਚ ਕਿਹੜਾ ਐਸਾ ਨੈਟਵਰਕ ਸਿਕਿਉਰਿਟੀ ਸਿਸਟਮ ਹੈ ਜਿਹੜਾ ਮੋਨੀਟਰ ਤੇ ਕੰਟਰੋਲ ਕਰਦਾ ਇਨਕਮਿੰਗ ਤੇ ਆਊਟਗੋਇੰਗ ਨੈਟਵਰਕ ਟ੍ਰੈਫਿਕ ਨੂੰ ਬੇਸਡ ਔਨ ਪ੍ਰੀ ਡਿਟਰਮਾਈਨਡ ਸਿਕਿਉਰਿਟੀ ਰੂਲਸ। ਸੋ ਕਿਹੜਾ ਹੈ? ਫਾਇਰਵਾਲ। ਦੇਖੋ, ਫਾਇਰਵਾਲ ਇੱਕ ਕੰਪਿਊਟਰ ਦਾ ਸਿਕਿਉਰਿਟੀ ਸਿਸਟਮ ਹੈ ਤੇ ਇਹਦੇ ਉੱਪਰ ਬਹੁਤ ਵਾਰ ਕੁਐਸਚਨ ਆ ਚੁੱਕਾ ਪੇਪਰ 'ਚ PSSB ਦੇ। ਠੀਕ ਹੈ, ਫਾਇਰਵਾਲ, ਵਾਲ ਤੋਂ ਯਾਦ ਰੱਖ ਲਓ ਕਿ ਇੱਕ ਅੱਗ ਨਾਲ ਲਪਟੀ ਹੋਈ ਵਾਲ ਹੈ, ਮਤਲਬ ਉਹ ਕੀ ਕਰ ਰਹੀ ਹੈ? ਪ੍ਰੋਟੈਕਸ਼ਨ ਕਰ ਰਹੀ ਹੈ। ਠੀਕ ਹੈ, ਸੋ ਐਵੇਂ ਯਾਦ ਕਰ ਲਓ। ਸੋ ਫਾਇਰਵਾਲ ਹੈ ਜਿਹੜਾ ਕੰਟਰੋਲ ਕਰਦਾ ਹੈ ਡਾਟਾ ਦੀ ਫਲੋ ਨੂੰ ਇੱਕ ਕੰਪਿਊਟਰ ਤੋਂ ਜਾਂ ਇੱਕ ਨੈਟਵਰਕ ਤੋਂ ਕਿਸੇ ਦੂਸਰੇ ਨੈਟਵਰਕ ਤੇ, ਤਾਂ ਕਿ ਕੋਈ ਵੀ ਮਤਲਬ ਬਾਹਰਲਾ ਬੰਦਾ ਉਹਨੂੰ ਆ ਕੇ ਅਸੈਸ ਨਾ ਕਰ ਸਕੇ। ਠੀਕ ਹੈ, ਮਤਲਬ ਜਿਹੜੇ ਟਰਸਟਿਡ ਡਿਵਾਈਸਿਸ ਆ ਉਹਨਾਂ ਉੱਪਰ ਹੀ ਉਹ ਚੱਲੇ।
ਕੁਕੀਜ਼ ਜਿਹੜੀਆਂ ਨੇ ਉਹ ਸਮਾਲ ਫਾਈਲਸ ਹੁੰਦੀਆਂ ਜਿਹੜੀ ਸਟੋਰ ਹੁੰਦੀ ਹੈ ਯੂਜ਼ਰ ਦੇ ਕੰਪਿਊਟਰ ਤੇ। ਇਹਨਾਂ ਨੂੰ ਡਿਜ਼ਾਈਨ ਕੀਤਾ ਗਿਆ ਹੁੰਦਾ ਹੈ ਕਿ ਇਹ ਡਾਟਾ ਨੂੰ ਸਟੋਰ ਕਰਕੇ ਰੱਖਦੀਆਂ ਸਪੈਸੀਫਿਕ ਡਾਟਾ ਨੂੰ ਬੇਸਿਕਲੀ ਜੋ ਇੱਕ ਪਰਟੀਕੁਲਰ ਕਲਾਇੰਟ ਜਾਂ ਵੈਬਸਾਈਟ ਨਾਲ ਰਿਲੇਟਡ ਹੁੰਦਾ ਹੈ ਤੇ ਉਹਨੂੰ ਅਸੈਸ ਕੀਤਾ ਜਾ ਸਕਦਾ ਹੈ ਵੈਬ ਸਰਵਰ ਜਾਂ ਫਿਰ ਕਲਾਇੰਟ ਕੰਪਿਊਟਰ ਦੇ ਦੁਆਰਾ। ਸਪੈਮ ਦਾ ਮਤਲਬ ਕੀ ਹੁੰਦਾ ਅਨਡਿਜ਼ਾਇਰਡ ਜਾਂ ਇਲੀਗਲ ਈਮੇਲ ਮੈਸੇਜ। ਆਪਾਂ ਕਹਿੰਦੇ ਨੇ ਕਿ ਸਪੈਮ ਆਉਂਦੇ ਰਹਿੰਦੇ ਆਪਾਂ ਨੂੰ ਈਮੇਲਸ ਜਿਵੇਂ ਕਿ ਲਿੰਕ ਦਿੱਤਾ ਹੁੰਦਾ ਵੀ ਕਲਿੱਕ ਕਰੋ ਮਤਲਬ ਤੁਹਾਡਾ ਹੈਕ ਹੋ ਜਾਊਗਾ ਠੀਕ ਹੈ। ਉਹਦੇ ਬਾਅਦ ਸਪਾਈਵੇਅਰ ਜਿਹੜਾ ਹੁੰਦਾ ਅਨਵਾਂਟਡ ਸੌਫਟਵੇਅਰ ਹੁੰਦਾ ਜਿਹੜਾ ਕਿ ਆਪਣੇ ਕੰਪਿਊਟਿੰਗ ਡਿਵਾਈਸ ਨੂੰ ਇਨਫਿਲਟਰੇਟ ਕਰ ਦਿੰਦਾ ਹੈ ਤੇ ਇਹਦੇ ਨਾਲ ਜਿਹੜਾ ਆਪਣਾ ਸੈਂਸਿਟਿਵ ਡਾਟਾ ਆਪਣੀ ਇਨਫੋਰਮੇਸ਼ਨ ਹੈ ਉਹ ਕੋਈ ਵੀ ਚੁਰਾ ਸਕਦਾ ਹੈ। ਇਹ ਚਾਰੋਂ ਟਰਮਸ ਬਹੁਤ ਇੰਪੋਰਟੈਂਟ ਹੈ ਯਾਦ ਰੱਖਿਓ ਅਲੱਗ-ਅਲੱਗ ਮਤਲਬ ਤੁਹਾਨੂੰ ਕਿਸੇ ਤੇ ਵੀ ਕੁਐਸਚਨ ਆ ਸਕਦਾ ਹੈ ਕੁਕੀਜ਼ ਤੇ ਬਹੁਤ ਵਾਰ ਕੁਐਸਚਨ ਦੇਖਣ ਨੂੰ ਮਿਲਿਆ ਸਪੈਮ ਤੇ ਵੀ ਮਿਲਿਆ ਦੇਖਣ ਨੂੰ ਸਪਾਈਵੇਅਰ ਤੇ ਮਿਲਿਆ ਫਾਇਰਵਾਲ ਤੇ ਮਿਲਿਆ ਸੋ ਮੈਂ ਚਾਰੋਂ ਟਰਮਸ ਥੋੜੀਆਂ ਕਵਰ ਕਰਤੀਆਂ। ਉਹ ਤੋਂ ਬਾਅਦ IPv6 ਐਡਰੈਸ ਹੈ ਜਿਹੜਾ ਉਹਦਾ ਸਾਈਜ਼ ਕਿੰਨਾ ਹੁੰਦਾ ਹੈ ਸੋ ਇਹਦਾ ਸਾਈਜ਼ ਹੁੰਦਾ ਹੈ B that is 128 ਬਿਟਸ ਦਾ ਠੀਕ ਹੈ ਜੀ। ਸੋ ਯਾਦ ਰੱਖਿਓ ਜਿਹੜਾ IPv6 ਆ ਉਹਦਾ ਜਿਹੜਾ ਸਾਈਜ਼ ਹੁੰਦਾ 128 ਬਿਟਸ ਦਾ ਹੁੰਦਾ ਹੈ ਅਗਰ IPv4 ਦਾ ਪੁੱਛ ਲੇ ਤਾਂ 32 ਬਿਟ ਦਾ ਹੁੰਦਾ ਹੈ ਠੀਕ ਹੈ। ਹੁਣ ਇਹ ਵੀ ਪੁੱਛ ਸਕਦਾ ਹੈ ਕਿ IPv6 ਦਾ ਮਤਲਬ ਕੀ ਹੈ ਇੰਟਰਨੈਟ ਪ੍ਰੋਟੋਕਾਲ ਵਰਜ਼ਨ 6 ਤੇ IPv4 ਦਾ ਮਤਲਬ ਹੈ ਇੰਟਰਨੈਟ ਪ੍ਰੋਟੋਕਾਲ ਵਰਜ਼ਨ 4। ਉਹ ਤੋਂ ਬਾਅਦ ਇਹਨਾਂ ਵਿੱਚੋਂ ਕਿਹੜਾ ਪ੍ਰੋਟੋਕਾਲ ਹੈ ਜਿਹਨੂੰ ਟਰਮੀਨਲ ਐਮੂਲੇਸ਼ਨ ਪ੍ਰੋਟੋਕਾਲ ਬੋਲਦੇ ਆ ਉਹ ਬੋਲਦੇ ਨੇ ਟੈਲਨੈਟ ਨੂੰ। ਟਰਮੀਨੇਸ਼ਨ ਤੋਂ ਯਾਦ ਰੱਖ ਲਓ T for telnet T for termination ਸੌਰੀ ਟਰਮੀਨਲ ਠੀਕ ਹੈ। ਟਰਮੀਨਲ ਐਮੂਲੇਸ਼ਨ ਪ੍ਰੋਟੋਕਾਲ ਓਕੇ ਇਨ ਐਨ ਇਨਵਾਇਰਮੈਂਟ ਫॉर ਰਿਮੋਟ ਅਸੈਸ ਆਫ ਟਰਮੀਨਲ ਟੂ ਅ ਸਰਵਰ ਤੇ ਇਹ ਯੂਜ਼ ਕਰਦਾ TCP ਨੂੰ ਐਸ ਟਰਾਂਸਪੋਰਟ ਪ੍ਰੋਟੋਕਾਲ ਐਸਟੈਬਲਿਸ਼ ਕਰਨ ਦੇ ਲਈ ਕਨੈਕਸ਼ਨ ਸਰਵਰ ਤੇ ਕਲਾਇੰਟ ਦੇ ਵਿੱਚ ਓਕੇ। ਉਹ ਤੋਂ ਬਾਅਦ ਇਹਨਾਂ ਵਿੱਚੋਂ ਕਿਹੜਾ ਪ੍ਰੋਟੋਕਾਲ ਹੈ ਜਿਹਨੂੰ ਈਮੇਲ ਸਰਵਿਸਿਜ਼ ਲਈ ਯੂਜ਼ ਕੀਤਾ ਜਾਂਦਾ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਦਾ ਆਨਸਰ ਆਊਗਾ SMTP ਠੀਕ ਹੈ। ਹੁਣ ਇਹਦੀ ਫੁੱਲ ਫਾਰਮ ਕੀ ਹੈ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕਾਲ। ਇਹਨੂੰ ਯੂਜ਼ ਕੀਤਾ ਜਾਂਦਾ ਹੈ ਟ੍ਰਾਂਸਫਰ ਕਰਨ ਦੇ ਲਈ ਮੇਲ ਮੈਸੇਜ ਅਟੈਚਮੈਂਟਸ ਓਕੇ। ਅਗਰ ਆਪਾਂ IP that is ਇੰਟਰਨੈਟ ਪ੍ਰੋਟੋਕਾਲ ਦੀ ਗੱਲ ਕਰੀਏ ਤਾਂ ਰੂਟੇਬਲ ਪ੍ਰੋਟੋਕਾਲ ਹੈ ਜਿਹੜਾ ਰਿਸਪੌਂਸਿਬਲ ਹੁੰਦਾ IP ਐਡਰੈਸਿੰਗ ਦੇ ਲਈ ਫ੍ਰੈਗਮੈਂਟੇਸ਼ਨ ਤੇ ਰੀਅਸੈਂਬਲੀ ਕਰਨ ਦੇ ਲਈ ਪੈਕੇਟਸ ਨੂੰ। ਪੈਕੇਟਸ ਬੇਸਿਕਲੀ ਇਨਫੋਰਮੇਸ਼ਨ ਹੁੰਦੀ ਹੈ ਠੀਕ ਹੈ। ਉਹ ਤੋਂ ਬਾਅਦ ਨੈਕਸਟ ਹੈ UDP ਹੈ ਜਿਹੜਾ ਪ੍ਰੋਵਾਈਡ ਕਰਦਾ 1 to 1 ਜਾਂ 1 to many ਕਨੈਕਸ਼ਨਲੈਸ ਅਨਰਿਲਾਈਬਲ ਕਮਿਊਨੀਕੇਸ਼ਨ ਸਰਵਿਸ ਓਕੇ। UDP ਦਾ ਯੂਜ਼ ਕੀਤਾ ਜਾਂਦਾ ਜਦੋਂ ਜਿਹੜਾ ਡਾਟਾ ਦਾ ਅਮਾਉਂਟ ਹੁੰਦਾ ਹੈ ਜਿਹਨੂੰ ਟ੍ਰਾਂਸਫਰ ਕਰਨਾ ਛੋਟਾ ਹੋਵੇ ਮਤਲਬ ਕਿ ਆਪਾਂ ਨੇ ਥੋੜਾ ਜਿਹਾ ਡਾਟਾ ਹੀ ਟ੍ਰਾਂਸਫਰ ਕਰਨਾ ਤਾਂ ਆਪਾਂ ਉਸ ਕੇਸ 'ਚ UDP ਦਾ ਯੂਜ਼ ਕਰਦੇ ਹਾਂ। ਉਹ ਤੋਂ ਬਾਅਦ ਕਿਹੜੀ ਸਟੇਟਮੈਂਟ ਟਰੂ ਹੈ ਨੈਟਵਰਕ ਹਬ ਦੇ ਲਈ ਦੇਖੋ ਆਨਸਰ ਆਊਗਾ A ਕਿ ਜਿਹੜਾ ਨੈਟਵਰਕ ਹਬ ਹੈ ਉਹ ਕਨੈਕਟ ਕਰਦਾ ਅਲੱਗ-ਅਲੱਗ ਸਟੇਸ਼ਨ ਨੂੰ ਪ੍ਰਾਈਵੇਟ ਨੈਟਵਰਕ ਦੇ ਵਿੱਚ। ਸੋ ਇੱਥੇ ਤੁਸੀਂ ਹਬ ਦੇਖ ਸਕਦੇ ਹੋ ਠੀਕ ਹੈ। ਬੇਸਿਕਲੀ ਇਹ ਸੈਂਟਰ ਹੈ ਠੀਕ ਹੈ। ਇਹ ਹਬ ਹੈ ਤੇ ਇਹਦੇ ਨਾਲ ਅਲੱਗ-ਅਲੱਗ ਜਿਹੜੇ ਡਿਵਾਈਸਿਸ ਆ ਉਹ ਕਨੈਕਟ ਹੋਏ ਹੋਏ ਆ। ਨੈਟਵਰਕ ਹਬ ਹੈ ਜਿਹੜਾ ਕਿ ਹੁੰਦਾ ਹਾਰਡਵੇਅਰ ਡਿਵਾਈਸ ਹੁੰਦਾ ਕਨੈਕਟ ਕਰਨ ਦੇ ਲਈ ਅਲੱਗ-ਅਲੱਗ ਡਿਵਾਈਸਿਸ ਨੂੰ ਠੀਕ ਹੈ। ਤੇ ਮਤਲਬ ਹੁਣ ਦੇਖੋ ਇੱਥੇ ਅਲੱਗ-ਅਲੱਗ ਡਿਵਾਈਸਿਸ ਨੇ 4 ਤੇ ਇੱਕ ਸੈਂਟਰ ਦੇ ਵਿੱਚ ਹਬ ਹੈ ਠੀਕ ਹੈ। ਬਟ ਅਗਰ ਆਪਾਂ ਦੇਖੀਏ ਐਜ਼ ਅ ਹੋਲ ਸਿੰਗਲ ਯੂਨਿਟ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਇਹਦੇ ਵਿੱਚ ਮਲਟੀਪਲ ਇਨਪੁਟ ਆਊਟਪੁੱਟ ਪੋਰਟਸ ਹੁੰਦੇ ਹਨ ਜਿਹਦੇ ਵਿੱਚ ਸਿਗਨਲ ਇੰਟਰੋਡਿਊਸ ਹੁੰਦਾ ਇਨਪੁਟ ਤੇ ਉਹ ਅਪੀਅਰ ਹੋ ਸਕਦਾ ਆਊਟਪੁੱਟ ਤੇ ਕਿਸੇ ਵੀ ਪੋਰਟ ਤੇ ਠੀਕ ਹੈ ਜੀ। ਸੋ ਨੈਕਸਟ ਦੇਖੋ ਇਹਨਾਂ ਵਿੱਚੋਂ ਕਿਹੜਾ ਡਿਵਾਈਸ ਹੈ ਜਿਹਨੂੰ ਯੂਜ਼ ਕੀਤਾ ਜਾਂਦਾ ਕਨੈਕਟ ਕਰਨ ਦੇ ਲਈ ਸਿਮਿਲਰ LAN ਨੂੰ ਵਿਦ ਸੇਮ ਪ੍ਰੋਟੋਕਾਲ। ਸੋ ਇਹਦਾ ਆਨਸਰ ਆਊਗਾ ਬ੍ਰਿਜਸ। ਇਹਦੇ ਉੱਪਰ ਵੀ ਕੁਐਸਚਨ ਬਹੁਤ ਵਾਰ ਆ ਚੁੱਕਾ। ਸੋ ਜਿਹੜਾ ਬ੍ਰਿਜ ਉਹਨੂੰ ਯੂਜ਼ ਕੀਤਾ ਜਾਂਦਾ ਕਨੈਕਟ ਕਰਨ ਦੇ ਲਈ ਸਿਮਿਲਰ LAN ਨੂੰ ਵਿਦ ਸੇਮ ਪ੍ਰੋਟੋਕਾਲ। ਬ੍ਰਿਜ ਆਪਰੇਟ ਕਰਦਾ ਡਾਟਾ ਲਿੰਕ ਲੇਅਰ ਦੇ ਵਿੱਚ ਠੀਕ ਹੈ। ਇਹਨੂੰ ਯੂਜ਼ ਕੀਤਾ ਜਾਂਦਾ ਇੰਟਰਕਨੈਕਟ ਕਰਨ ਦੇ ਲਈ ਦੋ LAN ਜੋ ਕਿ ਵਰਕ ਕਰ ਰਹੇ ਹਨ ਸੇਮ ਪ੍ਰੋਟੋਕਾਲ ਤੇ ਠੀਕ ਹੈ। ਇਹਦੇ ਵਿੱਚ ਸਿੰਗਲ ਇਨਪੁਟ ਹੁੰਦਾ ਸਿੰਗਲ ਆਊਟਪੁੱਟ ਪੋਰਟ ਹੁੰਦਾ ਇਸ ਲਈ ਇਹ 2 ਪੋਰਟ ਡਿਵਾਈਸ ਹੈ ਓਕੇ। ਜਿਹੜਾ ਬ੍ਰਿਜ ਹੈ ਇਹਦੇ ਵਿੱਚ ਐਡਰੈਸਿੰਗ ਤੇ ਰਾਊਟਿੰਗ ਕੈਪੇਬਿਲਿਟੀ ਮਤਲਬ ਹੋਣੀ ਚਾਹੀਦੀ ਹੈ। ਬ੍ਰਿਜ ਬੇਸਿਕਲੀ ਇੱਕ ਨੈਟਵਰਕ ਡਿਵਾਈਸ ਹੈ ਜਿਹੜਾ ਜੁਆਇਨ ਕਰਦਾ ਦੋ ਜਾਂ ਫਿਰ ਦੋ ਤੋਂ ਜ਼ਿਆਦਾ LANs ਨੂੰ ਦੈਟ ਇਜ਼ ਲੋਕਲ ਏਰੀਆ ਨੈਟਵਰਕ ਨੂੰ ਤਾਂ ਕਿ ਇੱਕ ਲਾਰਜ ਲੋਕਲ ਏਰੀਆ ਨੈਟਵਰਕ ਹੈ ਜਿਹੜਾ ਉਹ ਬਣ ਸਕੇ ਠੀਕ ਹੈ। ਨੈਟਵਰਕ ਬ੍ਰਿਜਿੰਗ ਇਜ਼ ਦ ਪ੍ਰੋਸੈਸ ਆਫ aggregating network. A bridge joins the various component to make them appear as if they are a part of same networks ਠੀਕ ਹੈ ਜੀ। ਜਿਵੇਂ ਕਿ ਸਪੋਜ਼ ਅਲੱਗ-ਅਲੱਗ ਬਿਲਡਿੰਗਸ ਦਾ ਆਪਾਂ ਚਾਹੁੰਦੇ ਹਾਂ ਕਿ ਸੇਮ ਤਰੀਕੇ ਨਾਲ ਵਰਕ ਕਰੇ ਤਾਂ ਉੱਥੇ ਬ੍ਰਿਜ ਦਾ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਜੀ। ਉਹ ਤੋਂ ਬਾਅਦ ਸਵਿਚਿਸ ਨੇ ਜਿਹੜੇ ਉਹ ਨੈਟਵਰਕਿੰਗ ਡਿਵਾਈਸ ਨੇ ਜਿਹੜੇ ਆਪਰੇਟ ਕਰਦੇ OSI ਮਾਡਲ ਦੀ ਲੇਅਰ 2 ਜਾਂ ਫਿਰ ਡਾਟਾ ਲਿੰਕ ਲੇਅਰ ਦੇ ਵਿੱਚ ਇਹ ਕਨੈਕਟ ਕਰਦੇ ਨੈਟਵਰਕ ਡਿਵਾਈਸਿਸ ਨੂੰ ਤੇ ਯੂਜ਼ ਕਰਦੇ ਆ ਪੈਕੇਟ ਸਵਿਚਿੰਗ ਤਾਂ ਕਿ ਡਿਲੀਵਰ ਰਿਸੀਵ ਤੇ ਫਾਰਵਰਡ ਹੋ ਸਕੇ ਡਾਟਾ ਪੈਕੇਟਸ ਅਕ੍ਰੋਸ ਦਾ ਨੈਟਵਰਕ। ਸਵਿਚ ਦੇ ਵਿੱਚ ਨੰਬਰ ਆਫ ਪੋਰਟਸ ਹੁੰਦੇ ਆ ਜਿਹਦੇ ਨਾਲ ਅਲੱਗ-ਅਲੱਗ ਕੰਪਿਊਟਰਸ ਨੂੰ ਕਨੈਕਟ ਕੀਤਾ ਜਾ ਸਕਦਾ ਹੈ। ਜਿਹੜਾ ਰਾਊਟਰ ਹੁੰਦਾ ਉਹ ਨੈਟਵਰਕਿੰਗ ਡਿਵਾਈਸ ਹੈ ਜਿਹੜਾ ਸੈਂਡ ਕਰਦਾ ਡਾਟਾ ਪੈਕੇਟਸ ਇੱਕ ਕੰਪਿਊਟਰ ਨੈਟਵਰਕ ਤੋਂ ਕਿਸੇ ਦੂਸਰੇ ਨੈਟਵਰਕ ਦੇ ਉੱਪਰ। ਇੰਟਰਨੈਟ ਦੇ ਵਿੱਚ ਜਿਹੜਾ ਰਾਊਟਰਸ ਹੈ ਉਹ ਇੰਚਾਰਜ ਹੁੰਦਾ ਟ੍ਰੈਫਿਕ ਡਾਇਰੈਕਸ਼ਨ ਦਾ। ਡਾਟਾ ਪੈਕੇਟਸ ਨੂੰ ਯੂਜ਼ ਕੀਤਾ ਜਾਂਦਾ ਸੈਂਡ ਕਰਨ ਦੇ ਲਈ ਡਾਟਾ ਓਵਰ ਇੰਟਰਨੈਟ ਸੱਚ ਐਸ ਵੈਬ ਪੇਜ ਔਰ ਐਨ ਈਮੇਲ। ਉਹ ਤੋਂ ਬਾਅਦ ਗੇਟਵੇ ਨੈਟਵਰਕ ਨੋਡ ਹੈ ਜਿਹੜਾ ਸਰਵ ਕਰਦੀ ਹੈ ਐਜ਼ ਅ ਕਨੈਕਸ਼ਨ ਪੁਆਇੰਟ ਬਿਟਵੀਨ ਟੂ ਨੈਟਵਰਕਸ ਜਿਹੜੇ ਯੂਜ਼ ਕਰਦੇ ਆ ਡਿਸਟਿੰਕਟ ਟ੍ਰਾਂਸਮਿਸ਼ਨ ਪ੍ਰੋਟੋਕਾਲ ਮਤਲਬ ਅਲੱਗ-ਅਲੱਗ ਟ੍ਰਾਂਸਮਿਸ਼ਨ ਪ੍ਰੋਟੋਕਾਲਸ ਹੁੰਦੇ ਉਹਨਾਂ ਦੇ ਠੀਕ ਹੈ। ਉਹ ਤੋਂ ਬਾਅਦ ਇਹਨਾਂ ਵਿੱਚੋਂ ਕਿਹੜੀ ਇੰਟਰਨੈਟ ਸਰਵਿਸ ਹੈ ਜਿਹੜੀ ਕਿ ਐਪਰੋਪ੍ਰੀਏਟ ਹੈ ਅਸੈਸ ਕਰਨ ਦੇ ਲਈ ਕੰਪਿਊਟਰ ਆਫ ਯੋਰ ਆਫਿਸ ਫਰੋਮ ਹੋਮ ਮਤਲਬ ਅਗਰ ਤੁਸੀਂ ਘਰੋਂ ਆਪਣਾ ਆਫਿਸ ਦਾ ਕੰਪਿਊਟਰ ਨੂੰ ਅਸੈਸ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਵਿੱਚੋਂ ਕਿਹੜੀ ਇੰਟਰਨੈਟ ਸਰਵਿਸ ਨੂੰ ਯੂਜ਼ ਕਰ ਸਕਦੇ ਹੋ ਸੋ ਇਹਦਾ ਆਨਸਰ ਆਊਗਾ ਟੈਲਨੈਟ ਓਕੇ। ਉਹ ਤੋਂ ਬਾਅਦ ਨੈਕਸਟ ਕਿਹੜਾ ਮੈਥਡ ਹੈ ਕਮਿਊਨੀਕੇਸ਼ਨ ਦਾ ਜਿਹਦੇ ਵਿੱਚ ਟ੍ਰਾਂਸਮਿਸ਼ਨ ਹੈ ਜਿਹੜੀ ਉਹ ਦੋਨੋਂ ਡਾਇਰੈਕਸ਼ਨਸ ਹੁੰਦੀ ਹੈ ਬਟ ਇੱਕ ਡਾਇਰੈਕਸ਼ਨ ਤੇ ਹੋਊਗੀ ਐਟ ਅ ਟਾਈਮ। ਸੋ ਉਹਨੂੰ ਆਪਾਂ ਕੀ ਬੋਲਾਂਗੇ D that is ਹਾਫ ਡਿਊਪਲੈਕਸ ਠੀਕ ਹੈ ਜੀ। ਹੁਣ ਧਿਆਨ ਨਾਲ ਸਮਝਿਓ ਦੇਖੋ
ਇੱਥੇ ਆਓ ਸਿੱਧਾ ਟੇਬਲ ਤੇ। ਹੁਣ ਆਪਣੇ ਕੋਲ ਨਾ 3 ਤਰੀਕੇ ਦੇ ਟਰਾਂਸਮਿਸ਼ਨ ਮੋਡਸ ਦੇ ਬਾਰੇ ਤੁਹਾਨੂੰ ਯਾਦ ਰੱਖਣਾ ਬਿਕੋਜ਼ ਪੇਪਰ 'ਚ ਨਾ ਉੱਪਰ ਕੁਐਸਚਨ ਆਉਂਦਾ ਹੈ। ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਸਿੰਪਲੈਕਸ ਟਰਾਂਸਮਿਸ਼ਨ ਮੋਡ ਦੀ, ਠੀਕ ਹੈ? ਇਹ ਐਸਾ ਮੋਡ ਹੈ ਟਰਾਂਸਮਿਸ਼ਨ ਦਾ ਜਿਹਦੇ ਵਿੱਚ ਜਿਹੜਾ ਡਾਟਾ ਫਲੋ ਹੋ ਰਿਹਾ ਉਹ ਯੂਨੀਡਾਇਰੈਕਸ਼ਨਲ ਹੈ, ਮਤਲਬ ਸਿਰਫ ਇੱਕ ਡਾਇਰੈਕਸ਼ਨ 'ਚ ਹੀ ਡਾਟਾ ਫਲੋ ਹੋ ਸਕਦਾ ਹੈ। ਜਿਵੇਂ ਸਪੋਜ਼ ਆਪਣੇ ਕੋਲ ਇੱਥੇ ਕੋਈ ਵੀ ਦੋ ਡਿਵਾਈਸਿਸ ਹੈ, ਠੀਕ ਹੈ? A ਹੈ, B ਹੈ। ਸਿੰਪਲੈਕਸ ਦੇ ਕੇਸ ਦੇ ਵਿੱਚ ਕੀ ਹੈ, ਸਿਰਫ ਇੱਕ ਡਾਇਰੈਕਸ਼ਨ 'ਚ ਹੀ ਡਾਟਾ ਜਿਹੜਾ ਫਲੋ ਹੋ ਸਕਦਾ ਹੈ, ਮਤਲਬ B ਤੋਂ A ਵੱਲ ਡਾਟਾ ਨਹੀਂ ਆ ਸਕਦਾ, ਠੀਕ ਹੈ? ਤੇ ਇਹਦੇ ਵਿੱਚ ਕੀ ਹੈ ਕਿ ਸਿਰਫ ਇੱਕ ਟਾਸਕ ਹੀ ਹੋ ਸਕਦਾ ਹੈ ਐਟ ਅ ਟਾਈਮ ਤੇ ਸਿੰਗਲ ਡਾਇਰੈਕਸ਼ਨ ਦੇ ਵਿੱਚ, ਠੀਕ ਹੈ? ਹੁਣ ਜਿਹੜਾ ਜਿਵੇਂ ਸਪੋਜ਼ ਇਹ ਡਾਟਾ ਸੈਂਡ ਕਰ ਰਿਹਾ, ਇਹ ਰਿਸੀਵ ਕਰ ਰਿਹਾ, ਜਿਹੜਾ ਸੈਂਡਰ ਹੈ ਉਹੀ ਸਿਰਫ ਡਾਟਾ ਨੂੰ ਸੈਂਡ ਕਰ ਸਕਦਾ ਹੈ, ਜਿਹੜਾ ਰਿਸੀਵਰ ਉਹ ਡਾਟਾ ਨੂੰ ਰਿਸੀਵ ਕਰੂਗਾ ਉਹ ਡਾਟਾ ਨੂੰ ਸੈਂਡ ਨਹੀਂ ਕਰ ਸਕਦਾ ਸਿੰਪਲੈਕਸ ਦੇ ਕੇਸ ਦੇ ਵਿੱਚ, ਠੀਕ ਹੈ? ਹੁਣ ਐਗਜ਼ਾਮਪਲ ਦੇਖੋ, ਜਿਵੇਂ ਕੀਬੋਰਡ ਹੈ ਜਾਂ ਟੈਲੀਵਿਜ਼ਨ ਹੈ, ਓਕੇ? ਹੁਣ ਇਹਦੇ ਵਿੱਚ ਕੀ ਹੈ, ਹੁਣ ਜਿਵੇਂ ਕੀਬੋਰਡ ਨਾਲ ਆਪਾਂ ਡਾਟਾ ਭੇਜ ਸਕਦੇ ਹਾਂ ਨਾ, ਮਤਲਬ ਆਪਾਂ ਇਨਪੁਟ ਦੇ ਸਕਦੇ ਹਾਂ ਕੀਬੋਰਡ ਦੀ ਹੈਲਪ ਦੇ ਨਾਲ, ਠੀਕ ਹੈ? ਬਟ ਐਂ ਤਾਂ ਨਹੀਂ ਮੋਨੀਟਰ ਦੀ ਹੈਲਪ ਨਾਲ ਆਪਾਂ ਕੁਝ ਇਨਪੁਟ ਦੇ ਸਕੀਏ, ਨਹੀਂ ਨਾ। ਮਤਲਬ ਅਗਰ ਆਪਾਂ ਇੱਥੇ ਐਗਜ਼ਾਮਪਲ ਲਈਏ ਕੀਬੋਰਡ ਦੀ, ਯਾਦ ਰੱਖ ਲਓ ਕਿ ਮਤਲਬ ਕੀਬੋਰਡ ਤੋਂ ਹੀ ਡਾਟਾ ਐਂਟਰ ਹੋ ਸਕਦਾ ਨਾ, ਆਪੋਜ਼ਿਟ ਤਾਂ ਨਹੀਂ ਹੋ ਸਕਦਾ। ਸੋ ਇਹ ਕਿਹਦਾ ਕੇਸ ਹੋ ਗਿਆ, ਸਿੰਪਲੈਕਸ ਦਾ। ਟੈਲੀਵਿਜ਼ਨ ਹੋ ਗਿਆ, ਮਾਊਸ ਹੋ ਗਿਆ, ਰੇਡੀਓ ਬ੍ਰੌਡਕਾਸਟ ਹੋ ਗਿਆ ਜਾਂ ਮੋਨੀਟਰ, ਇਹ ਸਭ ਐਗਜ਼ਾਮਪਲ ਹੈ ਸਿੰਪਲੈਕਸ ਦੇ। ਉਹ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਹਾਫ ਡਿਊਪਲੈਕਸ ਤੇ। ਹੁਣ ਹਾਫ ਡਿਊਪਲੈਕਸ ਦੇ ਵਿੱਚ ਦੇਖੋ ਕੀ ਹੈ, ਆਪਣੇ ਕੋਲ ਇੱਥੇ ਵੀ ਦੋ ਡਿਵਾਈਸਿਸ ਹੈ, A ਤੇ B, ਠੀਕ ਹੈ? ਐਸਾ ਮੋਡ ਹੈ ਟਰਾਂਸਮਿਸ਼ਨ ਦਾ ਜਿਹਦੇ ਵਿੱਚ ਜਿਹੜਾ ਡਾਟਾ ਹੈ ਉਹ ਬਾਈ ਡਾਇਰੈਕਸ਼ਨਲ ਹੈ, ਮਤਲਬ A to B ਵੀ ਡਾਟਾ ਜਾ ਸਕਦਾ ਹੈ ਤੇ B to A ਵੀ ਜਾ ਸਕਦਾ ਹੈ ਡਾਟਾ। ਇਹਦੇ ਵਿੱਚ ਕੀ ਸੀ, ਡਾਟਾ ਸਿਰਫ ਇੱਧਰਲੀ ਡਾਇਰੈਕਸ਼ਨ 'ਚ ਜਾ ਸਕਦਾ ਸੀ, ਠੀਕ ਹੈ? ਇਸ 'ਚ ਜਾ ਦੋਨੋਂ ਪਾਸੇ ਸਕਦਾ ਹੈ, ਬਟ ਐਟ ਅ ਟਾਈਮ ਸਿਰਫ ਇੱਕ ਡਾਇਰੈਕਸ਼ਨ 'ਚ ਜਾਊਗਾ। ਮਤਲਬ ਕੀ ਹੈ ਕਿ ਜਿਹੜਾ ਰਿਸੀਵਰ ਉਹ ਰਿਸੀਵ ਵੀ ਕਰ ਸਕਦਾ ਹੈ ਡਾਟਾ ਨੂੰ ਤੇ ਸੈਂਡ ਵੀ ਕਰ ਸਕਦਾ ਹੈ, ਬਟ ਇੱਕ ਟਾਈਮ ਤੇ ਇੱਕ ਟਾਸਕ ਪਰਫਾਰਮ ਹੋਊਗਾ। ਜਿਵੇਂ ਵਾਕੀ ਟਾਕੀ ਹੈ, ਵਾਕੀ ਟਾਕੀ ਤੇ ਦੋ ਪਰਸਨ, ਜਿਵੇਂ ਦੋ ਪਰਸਨ ਹੈ ਅਲੱਗ-ਅਲੱਗ A ਤੇ B, ਉਹਨਾਂ ਕੋਲ ਵਾਕੀ ਟਾਕੀ ਹੈ, ਠੀਕ ਹੈ? A ਜਦੋਂ ਬੋਲੂਗਾ ਤਾਂ ਉਸ ਟਾਈਮ ਤੇ B ਹੈ ਜਿਹੜਾ ਉਹ ਨਹੀਂ ਬੋਲ ਸਕਦਾ, ਮਤਲਬ ਅਗਰ A ਬੋਲੂਗਾ ਤਾਂ B ਹੈ ਜਿਹੜਾ ਉਹਨੂੰ ਰਿਸੀਵ ਕਰੂਗਾ ਕਿ ਮੈਸੇਜ ਨੂੰ ਜੋ A ਨੇ ਉਹਨੂੰ ਦਿੱਤਾ ਹੈ, ਠੀਕ ਹੈ? ਜਦੋਂ A ਆਪਣਾ ਮੈਸੇਜ ਪੂਰਾ ਕਰ ਪਾਊਗਾ ਤਾਂ B ਹੈ ਜਿਹੜਾ ਉਹ ਦੈਨ A ਨੂੰ ਆਪਣਾ ਮੈਸੇਜ ਸੈਂਡ ਕਰ ਸਕਦਾ ਹੈ, ਓਕੇ? ਉਹ ਤੋਂ ਬਾਅਦ ਨੈਕਸਟ ਫੁੱਲ ਡਿਊਪਲੈਕਸ ਟਰਾਂਸਮਿਸ਼ਨ। ਹੁਣ ਫੁੱਲ ਡਿਊਪਲੈਕਸ ਟਰਾਂਸਮਿਸ਼ਨ ਦੇ ਵਿੱਚ ਕੀ ਆਪਣੇ ਕੋਲ ਦੋ ਡਿਵਾਈਸਿਸ ਹੈ, A ਤੇ B, ਠੀਕ ਹੈ? ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜਾ ਡਾਟਾ ਹੈ ਉਹ ਬਾਈ ਡਾਇਰੈਕਸ਼ਨ ਹੈ, ਮਤਲਬ A to B ਵੀ ਡਾਟਾ ਜਾ ਸਕਦਾ ਹੈ, B to A ਵੀ ਜਾ ਸਕਦਾ ਹੈ, ਤੇ ਐਟ ਅ ਟਾਈਮ ਜਿਹੜਾ ਰਿਸੀਵਰ ਉਹ ਡਾਟਾ ਸੈਂਡ ਵੀ ਕਰ ਸਕਦਾ ਹੈ ਤੇ ਰਿਸੀਵ ਵੀ ਕਰ ਸਕਦਾ ਹੈ। ਸਭ ਤੋਂ ਵਧੀਆ ਐਗਜ਼ਾਮਪਲ ਹੈ ਜਦੋਂ ਆਪਾਂ ਮੋਬਾਈਲ ਫੋਨ ਨਾਲ ਕਿਸੇ ਨਾਲ ਗੱਲ ਕਰ ਰਹੇ ਹਾਂ ਤਾਂ ਆਪਾਂ ਅਗਲੇ ਦੀ ਗੱਲ ਸੁਣ ਵੀ ਸਕਦੇ ਹਾਂ, ਆਪਣੀ ਗੱਲ ਬੋਲ ਵੀ ਸਕਦੇ ਹਾਂ, ਠੀਕ ਹੈ? ਸੋ ਇਹਦੇ ਵਿੱਚ ਐਗਜ਼ਾਮਪਲਸ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਤੇ ਇਹ ਯਾਦ ਰੱਖਿਓ ਵੀ ਕਿਸ 'ਚ ਕੀ ਹੁੰਦਾ ਹੈ, ਠੀਕ ਹੈ ਜੀ? ਉਹ ਤੋਂ ਬਾਅਦ ਨੈਕਸਟ ਹੁਣ ਕੁਐਸਚਨ ਆਨਸਰ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਉਹ ਮੈਥਡ ਕਮਿਊਨੀਕੇਸ਼ਨ ਦਾ ਜਿਹਦੇ ਵਿੱਚ ਟਰਾਂਸਮਿਸ਼ਨ ਹੈ ਜਿਹੜੀ ਉਹ ਦੋਨੋਂ ਡਾਇਰੈਕਸ਼ਨ 'ਚ ਹੁੰਦੀ ਹੈ, ਬਟ ਐਟ ਅ ਟਾਈਮ ਇੱਕ ਡਾਇਰੈਕਸ਼ਨ 'ਚ ਹੁੰਦੀ ਹੈ, ਤਾਂ ਹਾਫ ਡਿਊਪਲੈਕਸ ਹੋ ਗਿਆ, ਠੀਕ ਹੈ ਜੀ? ਅਗਰ ਆ ਜਾਂਦਾ ਕਿ ਟਰਾਂਸਮਿਸ਼ਨ ਹੈ ਜਿਹੜੀ ਸਿਰਫ ਇੱਕ ਡਾਇਰੈਕਸ਼ਨ 'ਚ ਹੁੰਦੀ ਹੈ ਤਾਂ ਸਿੰਪਲੈਕਸ ਆਉਂਦਾ। ਉਹ ਤੋਂ ਬਾਅਦ ਨੈਕਸਟ ਬੌਡ ਰੇਟ ਦਾ ਮਤਲਬ ਕੀ ਹੈ, ਉਹ ਰੇਟ ਜਿਹਦੇ ਵਿੱਚ ਜਿਹੜੇ ਸਿਗਨਲਸ ਆ ਉਹ ਚੇਂਜ ਹੁੰਦੇ ਆ। ਸਟਾਰਟ ਤੇ ਸਟਾਪ ਬਿਟਸ ਹੈ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੀਆਂ ਸੀਰੀਅਲ ਕਮਿਊਨੀਕੇਸ਼ਨ ਦੇ ਵਿੱਚ, ਕਾਦੇ ਲਈ, ਸਿੰਕਰੋਨਾਈਜੇਸ਼ਨ ਦੇ ਲਈ, ਠੀਕ ਹੈ ਜੀ? ਐਜ਼ ਇਟ ਇਜ਼ ਯਾਦ ਕਰ ਲਿਓ। ਉਹਦੇ ਵਿੱਚ ਕਿਹੜਾ ਨੈਟਵਰਕ ਟੋਪੋਲੋਜੀ ਹੈ ਜਿਹਦੇ ਵਿੱਚ ਹਰੇਕ ਨੋਡ ਹੈ ਜਿਹੜੀ ਉਹ ਕਨੈਕਟ ਹੁੰਦੀ ਹੈ ਦੂਸਰੀਆਂ ਦੋ ਨੋਡਸ ਦੇ ਨਾਲ। ਸੋ ਇਹਦਾ ਆਨਸਰ ਕੀ ਹੋਊਗਾ, ਡੀ, ਦੈਟ ਇਜ਼ ਰਿੰਗ ਟੋਪੋਲੋਜੀ। ਸੋ ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਟੋਪੋਲੋਜੀ ਦਾ ਮਤਲਬ ਕੀ ਹੁੰਦਾ ਹੈ ਕਿ ਕਿਵੇਂ ਨੋਡਸ ਤੇ ਲਿੰਕਸ ਹੈ ਕਿਸੇ ਨੈਟਵਰਕ ਦੇ ਵਿੱਚ ਉਹ ਅਰੇਂਜ ਨੇ, ਠੀਕ ਹੈ? ਹੁਣ ਨੋਡ ਕੀ ਹੁੰਦਾ ਹੈ, ਕੋਈ ਐਸਾ ਡਿਵਾਈਸ ਜਿਹੜਾ ਕਿ ਡਾਟਾ ਨੂੰ ਭੇਜ ਸਕਦਾ ਹੈ, ਰਿਸੀਵ ਕਰ ਸਕਦਾ ਹੈ, ਸਟੋਰ ਕਰ ਸਕਦਾ ਤੇ ਉਹਨੂੰ ਫਾਰਵਰਡ ਕਰ ਸਕਦਾ ਹੈ। ਤੇ ਨੈਟਵਰਕ ਲਿੰਕ ਹੈ ਜਿਹੜਾ ਉਹ ਕਨੈਕਟ ਕਰਦਾ ਨੋਡਸ ਨੂੰ, ਜਿਹੜੀਆਂ ਕਿ ਕੇਬਲ ਨਾਲ ਵੀ ਮਤਲਬ ਕਨੈਕਟਡ ਹੋ ਸਕਦੇ ਜਾਂ ਵਾਇਰਲੈਸ ਲਿੰਕ ਦੇ ਨਾਲ, ਓਕੇ? ਹੁਣ ਅਗਰ ਆਪਾਂ ਟੋਪੋਲੋਜੀ ਨੂੰ ਸਮਝਦੇ ਹਾਂ ਤਾਂ ਆਪਣੇ ਕੋਲ ਇੱਕ ਨੈਟਵਰਕ ਐਸਟੈਬਲਿਸ਼ ਕਰਨ ਦੇ ਲਈ ਮਤਲਬ ਆਪਾਂ ਨੂੰ ਸਮਝ ਆ ਜਾਂਦੀ ਹੈ ਅਲੱਗ-ਅਲੱਗ ਟੋਪੋਲੋਜੀਜ਼ ਹੁੰਦੀਆਂ ਨੇ ਆਪਣੇ ਕੋਲ। ਸੋ ਉਹਨਾਂ ਬਾਰੇ ਦੇਖਦੇ ਹਾਂ। ਦੇਖੋ, ਹੁਣ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਨੋਡਸ ਕਿਹਨੂੰ ਕਹਿ ਰਹੇ ਆ, ਉਹ ਡਿਵਾਈਸਿਸ ਨੂੰ ਜਿਹੜੇ ਕਿ ਆਪਸ 'ਚ ਕਨੈਕਟਡ ਹੈ, ਆ ਸਾਰੇ ਨੋਡਸ ਹੈ। ਤੇ ਬਾਕੀ ਆਪਾਂ ਨੇ ਕੀ ਪੜ੍ਹਿਆ ਸੀਗਾ, ਨੈਟਵਰਕ ਲਿੰਕ, ਉਹ ਲਿੰਕ ਜਿਹਦੇ ਨਾਲ ਉਹ ਕਨੈਕਟਡ ਹੈ, ਚਾਹੇ ਵਾਇਰਡ ਵੀ ਹੋ ਸਕਦਾ, ਨਾਨ ਵਾਇਰਡ ਵੀ ਹੋ ਸਕਦਾ, ਠੀਕ ਹੈ? ਹੁਣ ਦੇਖੋ, ਆਪਣੇ ਕੋਲ ਅਲੱਗ-ਅਲੱਗ ਟੋਪੋਲੋਜੀਜ਼ ਹੈ। ਸਭ ਤੋਂ ਪਹਿਲਾਂ ਬੱਸ ਨੈਟਵਰਕ ਟੋਪੋਲੋਜੀ। ਬੱਸ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਜਿਹੜਾ ਨੈਟਵਰਕ ਨੋਡ ਹੈ ਉਹ ਡਾਇਰੈਕਟਲੀ ਕਨੈਕਟਡ ਹੁੰਦਾ ਹੈ ਮੇਨ ਕੇਬਲ ਦੇ ਨਾਲ। ਹੁਣ ਇਹਦੇ ਵਿੱਚ ਬੱਸ ਟੋਪੋਲੋਜੀ ਦੇਖੋ, ਅਲੱਗ-ਅਲੱਗ ਆਪਣੇ ਕੋਲ ਨੋਡਸ ਹੈ ਤੇ ਉਹ ਸਾਰੀ ਦੀਆਂ ਸਾਰੀਆਂ ਇੱਕ ਕਾਮਨ ਕੇਬਲ ਦੇ ਨਾਲ ਅਟੈਚ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ, ਬੱਸ ਟੋਪੋਲੋਜੀ। ਰਿੰਗ ਟੋਪੋਲੋਜੀ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਨੋਡਸ ਹੈ ਜਿਹੜੀਆਂ ਉਹ ਕਨੈਕਟਡ ਹੈ ਲੂਪ ਦੇ ਵਿੱਚ, ਤਾਂ ਕਿ ਹਰੇਕ ਡਿਵਾਈਸ ਹੈ ਜਿਹੜਾ ਉਹਦੇ ਦੋ ਨੇਬਰਸ ਹੋਣ, ਠੀਕ ਹੈ? ਐਡਜੈਸੈਂਟ ਪੇਅਰਸ ਡਾਇਰੈਕਟਲੀ ਕਨੈਕਟਡ ਹੈ, ਨਾਨ ਐਡਜੈਸੈਂਟ ਪੇਅਰਸ ਹੈ ਜਿਹੜੇ ਉਹ ਇਨਡਾਇਰੈਕਟਲੀ ਕਨੈਕਟਡ ਹੈ। ਹੁਣ ਦੇਖੋ ਆਪਣੇ ਕੋਲ ਹੈਗੀ ਹੈ ਰਿੰਗ ਟੋਪੋਲੋਜੀ। ਹੁਣ ਅਗਰ ਮੈਂ ਇੱਥੇ A B C D E F ਨੇਮ ਦੇ ਦਾਂ ਤਾਂ ਹੁਣ ਜਿਹੜੇ ਆਪਣੇ ਕੋਲ ਦੋ ਨੋਡਸ ਹੈ A ਤੇ B, ਉਹ ਤਾਂ ਦੋਨੋਂ ਡਾਇਰੈਕਟਲੀ ਕਨੈਕਟਡ ਹੈ, ਠੀਕ ਹੈ? ਬਟ ਹੁਣ ਅਗਰ ਆਪਾਂ ਗੱਲ ਕਰੀਏ ਇੱਥੇ A ਤੇ C ਨੋਡ ਦੀ, ਇਹ ਵੀ ਆਪਸ 'ਚ ਕਨੈਕਟਡ ਹੈ ਬਟ ਇਹਦਾ ਕਨੈਕਸ਼ਨ B ਦੇ ਥਰੂ ਹੈ। A ਤੇ D ਵੀ ਆਪਸ 'ਚ ਕਨੈਕਟਡ ਹੈ ਬਟ ਇਹਦੇ ਵਿੱਚ B ਤੇ C ਦਾ ਕਨੈਕਸ਼ਨ ਆ ਜਾਂਦਾ ਹੈ, F ਜਾਂ E ਦਾ ਕਨੈਕਸ਼ਨ ਆ ਜਾਂਦਾ ਹੈ, ਠੀਕ ਹੈ? ਸੋ ਰਿੰਗ ਟੋਪੋਲੋਜੀ ਕਿਹੜੀ ਹੁੰਦੀ ਹੈ, ਜਿਹਦੇ ਵਿੱਚ ਨੋਡਸ ਕਨੈਕਟਡ ਹੁੰਦੀਆਂ ਲੂਪ ਦੇ ਵਿੱਚ ਤੇ ਇਹਨਾਂ ਦੇ ਦੋ ਨੇਬਰਸ ਹੁੰਦੇ ਆ। A ਦੀ ਗੱਲ ਕਰੀਏ ਤਾਂ A ਦਾ ਨੇਬਰ ਕਿਹੜਾ ਕਿਹੜਾ ਹੋ ਗਿਆ, B ਵੀ ਹੋ ਗਿਆ, F ਵੀ ਹੋ ਗਿਆ।
ਸੀ ਦੀ ਗੱਲ ਕਰੀਏ ਇਹਦਾ ਨੇਬਰਰ ਬੀ ਵੀ ਹੋ ਗਿਆ ਡੀ ਵੀ ਹੋ ਗਿਆ ਜਿਹਦੇ ਦੋ ਨੇਬਰਰਸ ਹੋਣ ਹਰੇਕ ਡਿਵਾਈਸ ਦੇ ਉਹਨੂੰ ਆਪਾਂ ਮਤਲਬ ਉਹ ਕਿਹੜੀ ਟੋਪੋਲੋਜੀ ਹੁੰਦੀ ਹੈ ਰਿੰਗ ਟੋਪੋਲੋਜੀ ਸਟਾਰ ਨੈਟਵਰਕ ਦੇ ਵਿੱਚ ਜਿੰਨੇ ਵੀ ਨੋਡਸ ਹਨ ਉਹ ਕਿਸੇ ਸਿੰਗਲ ਸੈਂਟਰਲ ਹੱਬ ਦੇ ਨਾਲ ਕਨੈਕਟਡ ਹੋਣਗੀਆਂ ਤੇ ਹਰੇਕ ਨੋਡ ਇਨਡਾਇਰੈਕਟਲੀ ਕਨੈਕਟਡ ਹੋਣਗੀਆਂ ਉਹ ਹੱਬ ਦੇ ਥਰੂ ਹੁਣ ਜਿਵੇਂ ਆ ਸਟਾਰ ਟੋਪੋਲੋਜੀ ਹੈ ਦੇਖੋ ਸਟਾਰ ਟੋਪੋਲੋਜੀ ਕੁਝ ਇਸ ਤਰੀਕੇ ਦੀ ਹੁੰਦੀ ਹੈ ਹੁਣ ਜਿਹੜਾ ਸੈਂਟਰਲ ਪੁਆਇੰਟ ਹੈ ਜਿਹਦੇ ਨਾਲ ਇਹ ਸਾਰੇ ਨੋਡਸ ਕਨੈਕਟਡ ਹੋਣ ਆਪਾਂ ਕੀ ਬੋਲਦੇ ਹਾਂ ਹੱਬ ਠੀਕ ਹੈ ਸੋ ਜਿਹੜੀ ਸਾਰੀਆਂ ਨੋਡਸ ਹੈ ਇਹ ਡਾਇਰੈਕਟਲੀ ਕਨੈਕਟਡ ਨਹੀਂ ਹੈਗੀਆਂ ਇੱਕ ਦੂਜੇ ਦੇ ਨਾਲ ਇਹ ਵਾਲੇ ਹੱਬ ਦੇ ਥਰੂ ਕਨੈਕਟਡ ਹੈ ਇਨਡਾਇਰੈਕਟਲੀ ਸੋ ਕਿਹੜਾ ਹੋ ਗਿਆ ਸਟਾਰ ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਮੈਸ਼ ਟੋਪੋਲੋਜੀ ਜਿਹਦੇ ਵਿੱਚ ਓਵਰਲੈਪਿੰਗ ਕਨੈਕਸ਼ਨਸ ਹੁੰਦੇ ਆ ਦੋ ਨੋਡਸ ਦੇ ਵਿੱਚ ਠੀਕ ਹੈ ਟਰੀ ਟੋਪੋਲੋਜੀ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਕਾਫੀ ਕਨੈਕਟਡ ਐਲੀਮੈਂਟਸ ਹੈ ਜਿਹੜੇ ਉਹ ਅਰੇਂਜ ਹੋਏ ਹੁੰਦੇ ਆ ਟਰੀ ਦੀ ਬ੍ਰਾਂਚਿਸ ਦੀ ਤਰ੍ਹਾਂ ਠੀਕ ਹੈ ਜੀ ਇਹਨਾਂ ਟਰੀ ਟੋਪੋਲੋਜੀ ਦਾ ਯੂਜ਼ ਕੀਤਾ ਜਾਂਦਾ ਆਰਗੇਨਾਈਜ਼ ਕਰਨ ਦੇ ਲਈ ਕੰਪਿਊਟਰਸ ਨੂੰ ਕਿਸੇ ਕਾਰਪੋਰੇਟ ਨੈਟਵਰਕ ਦੇ ਵਿੱਚ ਸੋ ਦੇਖੋ ਮੈਸ਼ ਟੋਪੋਲੋਜੀ ਕਿਹੜੀ ਹੋਗੀ ਆਹ ਮਤਲਬ ਹੁਣ ਜਿਵੇਂ ਆ ਸਪੋਜ਼ ਦੋ ਨੋਡਸ ਹੈ ਅਗਰ ਮੈਂ ਗੱਲ ਕਰਾਂ A ਤੇ B ਠੀਕ ਹੈ ਇੱਕ ਦੂਜੇ ਨਾਲ ਐਵੇਂ ਵੀ ਕਨੈਕਟ ਹੈ ਮਤਲਬ ਅਲੱਗ-ਅਲੱਗ ਜ਼ਰੀਏ ਦੇ ਨਾਲ ਕਨੈਕਟਡ ਹੈ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਵੀ ਕਨੈਕਟਡ ਹੋ ਗਈਆਂ ਅਗਰ ਆਪਾਂ ਦੇਖੀਏ ਐਵੇਂ ਵੀ ਕਨੈਕਟਡ ਹੋ ਗਈਆਂ ਠੀਕ ਹੈ ਇਸ ਤਰੀਕੇ ਨਾਲ ਵੀ ਕਨੈਕਟਡ ਹੋ ਗਈਆਂ ਸੋ ਇਹ ਹੋਗੀ ਮੈਸ਼ ਟੋਪੋਲੋਜੀ ਤੇ ਟਰੀ ਟੋਪੋਲੋਜੀ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਜਿਹੜੇ ਨੋਡਸ ਆ ਆਪਸ ਚ ਕਨੈਕਟਡ ਹੁੰਦੇ ਆ ਟਰੀ ਦੀ ਬ੍ਰਾਂਚਿਸ ਦੀ ਤਰ੍ਹਾਂ ਮਤਲਬ ਅਲੱਗ-ਅਲੱਗ ਬ੍ਰਾਂਚਿਸ ਬਣੀਆਂ ਹੁੰਦੀਆਂ ਜਿਵੇਂ ਹੁਣ ਆਹ ਹੋਗੀ ਇਹ ਤੋਂ ਥੱਲੇ ਆਹ ਵਾਲੀ ਬ੍ਰਾਂਚ ਆ ਗਈ ਦੈਨ ਆਹ ਵਾਲੀ ਬ੍ਰਾਂਚ ਨਾਲ ਅੱਗੇ ਹੋਰ ਕਿੰਨੇ ਮਰਜ਼ੀ ਤੁਸੀਂ ਨੋਟਸ ਕਨੈਕਟ ਕਰੀ ਜਾਓ ਠੀਕ ਹੈ ਇਹ ਹੈ ਇਹਦੇ ਨਾਲ ਜਿੰਨੇ ਮਰਜ਼ੀ ਅੱਗੇ ਨੋਟਸ ਕਨੈਕਟ ਕਰ ਲਓ ਸੋ ਇਹ ਕਿਹੜੀ ਹੋਗੀ ਟਰੀ ਟੋਪੋਲੋਜੀ ਉਹ ਤੋਂ ਬਾਅਦ ਇਹਦਾ ਆਨਸਰ ਦੇਖ ਲਿਆ ਸੀ ਨਾ ਆਪਾਂ ਨੇ ਹਾਂ ਹਰੇਕ ਨੋਡ ਹੈ ਜਿਹੜੀ ਉਹ ਦੋ ਨੋਡਸ ਨਾਲ ਅਟੈਚ ਹੋਗੀ ਸੋ ਮਤਲਬ ਹਰੇਕ ਨੋਡ ਦਾ ਦੋ ਨੇਬਰਸ ਹੋਣਗੇ ਸੋ ਕਿਹੜੀ ਹੈ ਰਿੰਗ ਨੈਕਸਟ ਕੁਐਸਚਨ ਹੈ ਇਹਨਾਂ ਵਿੱਚੋਂ ਕਿਹੜੀ ਟੋਪੋਲੋਜੀ ਬਹੁਤ ਰਿਲਾਇਬਲ ਹੈ ਮਤਲਬ ਉਹਦੇ ਨਾਲ ਡਾਟਾ ਟ੍ਰਾਂਸਫਰ ਹੋਊਗਾ ਹੀ ਹੋਊਗਾ ਚਾਹੇ ਨੈਟਵਰਕ ਲੂਜ਼ ਹੋ ਜਾਏ ਨੈਟਵਰਕ ਟੁੱਟ ਜਾਏ ਠੀਕ ਹੈ ਸੋ ਇਹਦਾ ਆਨਸਰ ਆਊਗਾ ਮੈਸ਼ ਟੋਪੋਲੋਜੀ ਹੁਣ ਐਵੇਂ ਕਿਉਂ ਹੈ ਦੇਖੋ ਹੁਣ ਇੱਥੇ ਡਾਇਗਰਾਮ ਦੇ ਵਿੱਚ ਆਓ ਇਹ ਹੈਗੇ ਮੈਸ਼ ਟੋਪੋਲੋਜੀ ਠੀਕ ਹੈ ਹੁਣ ਇਹਦੇ ਵਿੱਚ ਅਲੱਗ-ਅਲੱਗ ਨੋਡਸ ਹੈ ਜਿਵੇਂ A B C D E F ਇਹ ਕੀ ਹੈ ਹੁਣ ਇਹ ਅਲੱਗ-ਅਲੱਗ ਨੋਡਸ ਤੁਸੀਂ ਅਗਰ ਧਿਆਨ ਨਾਲ ਦੇਖੋ ਤਾਂ ਅਲੱਗ-ਅਲੱਗ ਜ਼ਰੀਏ ਦੇ ਨਾਲ ਕਨੈਕਟਡ ਹੈ ਅਗਰ ਮੈਂ AD ਦੀ ਗੱਲ ਕਰਾਂ ਐਵੇਂ ਵੀ ਕਨੈਕਟਡ ਹੈ ਇਸ ਰਸਤੇ ਨਾਲ ਵੀ ਕਨੈਕਟਡ ਹੈ ਇਸ ਰਸਤੇ ਨਾਲ ਵੀ ਕਨੈਕਟਡ ਹੈ ਠੀਕ ਹੈ ਸੋ ਮਤਲਬ ਅਲੱਗ-ਅਲੱਗ ਨੋਡਸ ਮਲਟੀਪਲ ਕਨੈਕਸ਼ਨਸ ਨਾਲ ਆਪਸ ਚ ਕਨੈਕਟਡ ਹੈ ਸੋ ਅਗਰ ਇੱਕ ਕਨੈਕਸ਼ਨ ਟੁੱਟ ਵੀ ਜਾਂਦਾ ਹੈ ਤਾਂ ਦੂਸਰੇ ਕਨੈਕਸ਼ਨ ਦੇ ਥਰੂ ਜਿਹੜਾ ਡਾਟਾ ਹੈ ਉਹ ਟ੍ਰਾਂਸਮਿਟ ਹੋ ਸਕਦਾ ਹੈ ਸੋ ਇਹ ਬਹੁਤ ਜ਼ਿਆਦਾ ਰਿਲਾਇਬਲ ਹੈ ਬਿਕੋਜ਼ ਅਗਰ ਤੁਸੀਂ ਰਿੰਗ ਟੋਪੋਲੋਜੀ ਦੀ ਗੱਲ ਕਰੋ ਸਪੋਜ਼ ਆ ਜਿਹੜਾ ਆਹ ਨੈਟਵਰਕ ਹੈ ਉਹ ਟੁੱਟ ਗਿਆ ਠੀਕ ਹੈ ਅਗਰ ਇਹ ਨੈਟਵਰਕ ਟੁੱਟ ਗਿਆ ਤਾਂ AB ਦੇ ਵਿੱਚ ਇਨਫੋਰਮੇਸ਼ਨ ਪਾਸ ਹੀ ਨਹੀਂ ਹੋਊਗੀ ਓਕੇ ਤੇ ਨਾ ਹੀ ਡਾਟਾ ਟ੍ਰਾਂਸਫਰ ਹੋਊਗਾ ਸੋ ਯਾਨੀ ਕਿ ਰਿਲਾਇਬਲ ਨਹੀਂ ਹੈਗਾ ਅਗਰ ਇੱਕ ਮਤਲਬ ਕਨੈਕਸ਼ਨ ਟੁੱਟ ਗਿਆ ਤਾਂ ਇਹਦੇ ਥਰੂ ਡਾਟਾ ਪਾਸ ਨਹੀਂ ਹੋ ਸਕਦਾ ਠੀਕ ਹੈ ਬਟ ਇਸ 'ਚ ਅਗਰ ਇੱਕ ਕਨੈਕਸ਼ਨ ਟੁੱਟ ਗਿਆ ਤਾਂ ਦੂਸਰੇ ਰਸਤੇ ਨਾਲ ਡਾਟਾ ਆਰਾਮ ਨਾਲ ਪਾਸ ਹੋ ਸਕਦਾ ਹੈ ਸੋ ਇਹ ਬਹੁਤ ਜ਼ਿਆਦਾ ਰਿਲਾਇਬਲ ਹੈ ਓਕੇ ਸੋ ਇਹਦੇ ਨਾਲ ਹੀ ਜਿਹੜੇ ਅੱਜ ਦੀ ਡਿਸਕਸ਼ਨ ਉਹ ਕੰਪਲੀਟ ਹੁੰਦੀ ਹੈ ਨੈਟਵਰਕਿੰਗ ਦੇ ਉੱਪਰ ਆਈ ਹੋਪ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੋਏਗੀ ਸੋ ਮਿਲਦੇ ਹਾਂ ਜਲਦੀ ਹੀ ਥੈਂਕ ਯੂ ਸੋ ਮਚ